ਡੀਅਰ ਸਟੂਡੈਂਟਸ, ਅੱਜ ਆਪਾਂ ਪੰਜਾਬੀ ਵਿਆਕਰਨ ਦੇ ਇੱਕ ਟੌਪਿਕ ਕਿਰਿਆ ਵਿਸ਼ੇਸ਼ਣ ਬਾਰੇ ਪੜ੍ਹਾਂਗੇ। ਕਿਰਿਆ ਵਿਸ਼ੇਸ਼ਣ ਉਹ ਸ਼ਬਦ ਹੁੰਦੇ ਹਨ ਜੋ ਕਿਸੇ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ, ਉਸ ਦੇ ਕੰਮ ਕਰਨ ਦਾ ਢੰਗ, ਸਮਾਂ, ਸਥਾਨ ਦੱਸਦੇ ਹਨ। ਜਿਵੇਂ ਹੁਣ, ਕੱਲ੍ਹ, ਇਸ ਤਰ੍ਹਾਂ ਆਦਿ। ਉਦਾਹਰਨ ਦੇ ਤੌਰ 'ਤੇ ਰਮੇਸ਼ ਹਰ ਰੋਜ਼ ਪੜ੍ਹਦਾ ਹੈ। ਪਵਨ ਦਾ ਘੋੜਾ ਤੇਜ਼ ਭੱਜਦਾ ਹੈ। ਸੋ ਹਰ ਰੋਜ਼ ਅਤੇ ਤੇਜ਼ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ। ਇਸ ਲਈ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਹੁੰਦੀਆਂ ਹਨ। ਕਾਲਵਾਚਕ ਕਿਰਿਆ ਵਿਸ਼ੇਸ਼ਣ, ਸਥਾਨਵਾਚਕ ਕਿਰਿਆ ਵਿਸ਼ੇਸ਼ਣ, ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ, ਮਿਣਤੀਵਾਚਕ ਕਿਰਿਆ ਵਿਸ਼ੇਸ਼ਣ, ਗਿਣਤੀਵਾਚਕ ਕਿਰਿਆ ਵਿਸ਼ੇਸ਼ਣ, ਨਿਰਣਾਵਾਚਕ ਕਿਰਿਆ ਵਿਸ਼ੇਸ਼ਣ, ਕਾਰਨਵਾਚਕ ਕਿਰਿਆ ਵਿਸ਼ੇਸ਼ਣ ਅਤੇ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ। ਸੋ ਕਿਰਿਆ ਵਿਸ਼ੇਸ਼ਣ ਦੀ ਸਭ ਤੋਂ ਪਹਿਲੀ ਕਿਸਮ ਹੈ ਕਾਲਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦੇ ਸਮੇਂ ਦਾ ਪਤਾ ਲੱਗੇ ਉਸ ਨੂੰ ਕਾਲਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਹੁਣ, ਅੱਜ, ਕੱਲ੍ਹ, ਸਵੇਰੇ ਆਦਿ। ਉਦਾਹਰਨ ਦੇ ਤੌਰ 'ਤੇ ਹੁਣ ਮੇਰੀ ਵਾਰੀ ਹੈ, ਅਸੀਂ ਕੱਲ੍ਹ ਆਵਾਂਗੇ। ਕਿਰਿਆ ਵਿਸ਼ੇਸ਼ਣ ਦੀ ਦੂਜੀ ਕਿਸਮ ਹੈ ਸਥਾਨਵਾਚਕ ਕਿਰਿਆ ਵਿਸ਼ੇਸ਼ਣ। ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਥਾਂ ਦਾ ਪਤਾ ਲੱਗੇ, ਭਾਵ ਜਿਹੜੇ ਸ਼ਬਦਾਂ ਤੋਂ ਕਿਰਿਆ ਦੇ ਵਾਪਰਨ ਦਾ ਸਥਾਨ ਪਤਾ ਲੱਗੇ ਉਸ ਨੂੰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਹੇਠਾਂ, ਉੱਤੇ, ਅੰਦਰ, ਬਾਹਰ ਆਦਿ। ਉਦਾਹਰਨ ਦੇ ਤੌਰ 'ਤੇ ਅਸੀਂ ਹੇਠਾਂ ਬੈਠਦੇ ਹਾਂ, ਉਹ ਬਾਹਰ ਖੜ੍ਹੇ ਹਨ। ਕਿਰਿਆ ਵਿਸ਼ੇਸ਼ਣ ਦੀ ਤੀਜੀ ਕਿਸਮ ਹੈ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਹੋਣ ਦਾ ਢੰਗ, ਤਰੀਕਾ ਅਤੇ ਪ੍ਰਕਾਰ ਪਤਾ ਲੱਗੇ ਉਸ ਨੂੰ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਹੌਲੀ-ਹੌਲੀ, ਤੇਜ਼-ਤੇਜ਼, ਅਚਾਨਕ ਆਦਿ। ਉਦਾਹਰਨ ਦੇ ਤੌਰ 'ਤੇ ਅਮਨ ਤੇਜ਼-ਤੇਜ਼ ਤੁਰਦਾ ਹੈ। ਰਮੇਸ਼ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਹੈ। ਕਿਰਿਆ ਵਿਸ਼ੇਸ਼ਣ ਦੀ ਚੌਥੀ ਕਿਸਮ ਹੈ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਪਰਿਮਾਣ, ਮਿਣਤੀ ਜਾਂ ਮਿਕਦਾਰ ਦਾ ਪਤਾ ਲੱਗੇ ਉਹਨਾਂ ਨੂੰ ਮਿਣਤੀਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਬਹੁਤਾ, ਥੋੜ੍ਹਾ, ਘੱਟ, ਵੱਧ ਆਦਿ। ਉਦਾਹਰਨ ਦੇ ਤੌਰ 'ਤੇ ਮੈਨੂੰ ਬਹੁਤਾ ਦੁੱਧ ਚਾਹੀਦਾ ਹੈ, ਉਹ ਬਹੁਤ ਘੱਟ ਬੋਲਿਆ। ਕਿਰਿਆ ਵਿਸ਼ੇਸ਼ਣ ਦੀ ਪੰਜਵੀਂ ਕਿਸਮ ਹੈ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਸੇ ਕੰਮ ਦੇ ਹੋਣ ਦੀ ਵਾਰੀ ਜਾਂ ਗਿਣਤੀ ਦਾ ਪਤਾ ਲੱਗੇ ਉਸ ਨੂੰ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਇੱਕ-ਇੱਕ, ਦੋ-ਦੋ, ਕਈ ਵਾਰ, ਘੜੀ-ਮੁੜੀ, ਵਾਰ-ਵਾਰ ਆਦਿ। ਉਦਾਹਰਨ ਦੇ ਤੌਰ 'ਤੇ ਸਾਰੇ ਇੱਕ-ਇੱਕ ਕਰਕੇ ਆਓ, ਉਹ ਵਾਰ-ਵਾਰ ਗਲਤੀ ਦੁਹਰਾ ਰਿਹਾ ਸੀ। ਕਿਰਿਆ ਵਿਸ਼ੇਸ਼ਣ ਦੀ ਛੇਵੀਂ ਕਿਸਮ ਹੈ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਪਤਾ ਲੱਗੇ ਉਹਨਾਂ ਨੂੰ ਨਿਰਣਾਵਾਚਕ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ। ਜਿਵੇਂ ਹਾਂਜੀ, ਨਹੀਂ ਜੀ, ਜ਼ਰੂਰ ਆਦਿ। ਉਦਾਹਰਨ ਦੇ ਤੌਰ 'ਤੇ ਮੈਂ ਸੁਰਿੰਦਰ ਨੂੰ ਨਹੀਂ ਪਛਾਣਦਾ, ਹਾਂਜੀ, ਉਹ ਮੇਰੀ ਮਦਦ ਕਰੇਗਾ। ਕਿਰਿਆ ਵਿਸ਼ੇਸ਼ਣ ਦੀ ਸੱਤਵੀਂ ਕਿਸਮ ਹੈ ਕਾਰਨਵਾਚਕ ਕਿਰਿਆ ਵਿਸ਼ੇਸ਼ਣ। ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੇ ਕਾਰਨ ਦਾ ਪਤਾ ਲੱਗੇ ਉਹ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਅਖਵਾਉਂਦੇ ਹਨ। ਭਾਵ ਜਿਨ੍ਹਾਂ ਸ਼ਬਦਾਂ ਤੋਂ ਇਹ ਪਤਾ ਲੱਗੇ ਕਿ ਕੋਈ ਵੀ ਕਿਰਿਆ ਕਿਉਂ ਕੀਤੀ ਗਈ ਹੈ ਉਹਨਾਂ ਨੂੰ ਕਾਰਨਵਾਚਕ ਕਿਰਿਆ ਵਿਸ਼ੇਸ਼ਣ ਆਖਦੇ ਹਨ। ਜਿਵੇਂ ਕਿਉਂਕਿ, ਇਸ ਲਈ, ਇਸ ਕਰਕੇ ਆਦਿ। ਉਦਾਹਰਨ ਦੇ ਤੌਰ 'ਤੇ ਮੈਂ ਪੜ੍ਹ ਨਹੀਂ ਸਕਦੀ ਕਿਉਂਕਿ ਮੇਰੀਆਂ ਅੱਖਾਂ ਦੁਖਦੀਆਂ ਹਨ। ਤੁਸੀਂ ਦੇਰ ਕਰ ਦਿੱਤੀ ਇਸ ਲਈ ਗੱਡੀ ਨਹੀਂ ਚੜ੍ਹ ਸਕੇ। ਕਿਰਿਆ ਵਿਸ਼ੇਸ਼ਣ ਦੀ 8ਵੀਂ ਕਿਸਮ ਹੈ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ।
ਜਿਨ੍ਹਾਂ ਸ਼ਬਦਾਂ ਤੋਂ ਕਿਰਿਆ ਦੇ ਕੰਮ ਦੀ ਤਾਕੀਦ ਭਾਵ ਪਕਿਆਈ ਦਾ ਪਤਾ ਲੱਗੇ ਉਹਨਾਂ ਨੂੰ ਤਾਕੀਦਵਾਚਕ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ। ਜਿਵੇਂ ਬਿਲਕੁਲ, ਬੇਸ਼ੱਕ, ਤਾਂ ਹੀ ਆਦਿ। ਉਦਾਹਰਨ ਦੇ ਤੌਰ 'ਤੇ ਮੈਂ ਤੁਹਾਨੂੰ ਬਿਲਕੁਲ ਪਸੰਦ ਨਹੀਂ ਕਰਦਾ, ਤੁਸੀਂ ਬੇਸ਼ੱਕ ਆ ਜਾਓ। ਸੋ ਸੰਖੇਪ ਵਿੱਚ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸਦੇ ਹਨ ਉਹ ਕਿਰਿਆ ਵਿਸ਼ੇਸ਼ਣ ਕਹਾਉਂਦੇ ਹਨ।